Hi kids, how are you? Hello ਬੱਚਿਓ, ਕਿਵੇਂ ਹੋ ਤੁਸੀਂ ਸਾਰੇ? ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅਸੀਂ ਕਰ ਰਹੇ ਸੀ 3rd ਕਲਾਸ ਦੀ ਬੁੱਕ ਮਾਈ ਵਰਲਡ ਤੇ ਆਓ ਹੁਣ ਆਪਾਂ ਉਹਦਾ 9th ਲੈਸਨ ਕਰਨ ਜਾ ਰਹੇ ਹਾਂ। Let us cook and eat food. ਭੋਜਨ ਪਕਾਈਏ ਅਤੇ ਖਾਈਏ। ਗੁਰਜੋਤ's maternal uncle Mama Ji was a soldier. ਗੁਰਜੋਤ ਦੇ ਜਿਹੜੇ ਮਾਮਾ ਜੀ ਨੇ ਮੈਟਰਨਲ ਯਾਨੀ ਕਿ ਮੰਮੀ ਦੀ ਸਾਈਡ ਤੋਂ ਜਿਹੜੇ ਅੰਕਲ ਨੇ ਉਹ ਇੱਕ ਫੌਜੀ ਨੇ। His children and wife lived with him in a quarter of the Kent at ਪਠਾਨਕੋਟ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੀ ਪਤਨੀ ਉਹਨਾਂ ਨਾਲ ਪਠਾਨਕੋਟ ਇੱਕ ਕੈਂਟ ਹੈਗਾ ਇੱਕ ਥਾਂ ਹੈ ਉੱਥੇ ਇੱਕ ਕੁਆਟਰ ਵਿੱਚ ਰਹਿੰਦੇ ਸੀ। Once he with his mother went to meet his maternal uncle. ਤੇ ਗੁਰਜੋਤ ਇੱਕ ਵਾਰ ਆਪਣੀ ਮਾਤਾ ਜੀ ਨਾਲ ਮਾਮਾ ਜੀ ਨੂੰ ਮਿਲਣ ਪਠਾਨਕੋਟ ਗਏ। ਗੁਰਜੋਤ went to the school of his uncle's children with them. ਉਹ ਆਪਣੇ ਮਾਮਾ ਜੀ ਦੇ ਬੱਚਿਆਂ ਨਾਲ ਉਹਨਾਂ ਦੇ ਸਕੂਲ ਵੀ ਗਏ ਉੱਥੇ। He ate food with class students during recess. ਤੇ ਅੱਧੀ ਛੁੱਟੀ ਸਮੇਂ ਜਮਾਤ ਦੇ ਸਾਰੇ ਬੱਚਿਆਂ ਨਾਲ ਮਿਲ ਕੇ ਉਹਨਾਂ ਨੇ ਖਾਣਾ ਖਾਦਾ। All the children had brought food of their region with them. ਸਾਰੇ ਬੱਚੇ ਆਪਣੇ ਖੇਤਰ ਦੇ ਅਨੁਸਾਰ ਵੱਖ-ਵੱਖ ਤਰੀਕੇ ਦਾ ਭੋਜਨ ਲੈ ਕੇ ਆਏ ਸੀ। Children brought Tamil Nadu's ਇਡਲੀ ਸਾਂਬਰ। ਬੱਚੇ ਖਾਣ ਨੂੰ ਤਮਿਲਨਾਡੂ ਦੇ ਇਡਲੀ ਸਾਂਬਰ ਲੈ ਕੇ ਆਏ ਸੀ। ਆ ਦੇਖੋ। West Bengal's fish rice, ਪਸ਼ਚਿਮ ਬੰਗਾਲ ਦੇ ਮੱਛੀ ਚਾਵਲ, ਸਰਸੋਂ ਦਾ ਸਾਗ ਐਂਡ ਮੱਕੀ ਦੀ ਰੋਟੀ ਆਫ ਪੰਜਾਬ। ਪੰਜਾਬ ਦੇ ਲੋਕ ਸਰਸੋਂ ਦਾ ਸਾਗ ਮੱਕੀ ਦੀ ਰੋਟੀ ਲੈ ਕੇ ਆਏ ਸੀ। ਰਾਜਸਥਾਨ ਚੂਰਮਾ, ਰਾਜਸਥਾਨ ਦੇ ਲੋਕ ਚੂਰਮਾ ਲੈ ਕੇ ਆਏ ਸੀ। ਐਂਡ ਮੋਮੋਜ਼ ਆਫ ਈਸਟਰਨ ਰੀਜਨਸ ਤੇ ਬਾਕੀ ਜਿਹੜੇ ਲੋਕ ਸੀ ਪੂਰਬੀ ਖੇਤਰ ਦੇ ਉਹ ਮੋਮੋਜ਼ ਲੈ ਕੇ ਆਏ ਹੋਏ ਸੀ। ਆ ਦੇਖੋ ਬੱਚਿਓ, ਸਰਸੋਂ ਦਾ ਸਾਗ, ਇਡਲੀ ਸਾਂਬਰ, ਫਿਸ਼ ਰਾਈਸ ਤੇ ਆ ਰਿਹਾ ਚੂਰਮਾ। ਅੱਗੇ ਵਧਦੇ ਹਾਂ। After reaching home, Gurjot told his mother about different types of food. ਘਰ ਆ ਕੇ ਗੁਰਜੋਤ ਨੇ ਹੈਰਾਨੀ ਨਾਲ ਵੱਖ-ਵੱਖ ਤਰ੍ਹਾਂ ਦੇ ਭੋਜਨ ਬਾਰੇ ਆਪਣੇ ਮਾਤਾ ਜੀ ਨੂੰ ਜਾਗਰੂਕ ਕਰਾਇਆ। ਉਹਨਾਂ ਨੂੰ ਦੱਸਿਆ। He asked, why do these children eat different kinds of food? ਤੇ ਉਹਨੇ ਪੁੱਛਿਆ ਵੀ ਮੰਮੀ ਇਹ ਬੱਚੇ ਵੱਖ-ਵੱਖ ਤਰ੍ਹਾਂ ਦੇ ਭੋਜਨ ਕਿਉਂ ਖਾਂਦੇ ਹਨ? Mother, ਮਾਤਾ ਜੀ ਨੇ ਉੱਤਰ ਦਿੱਤਾ, son, in our country, different types of food are produced in different regions. ਬੇਟਾ, ਸਾਡੇ ਦੇਸ਼ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਤੇ ਫਲ ਉਗਾਏ ਜਾਂਦੇ ਨੇ, ਵੱਖ-ਵੱਖ ਭੋਜਨ ਉਗਾਏ ਜਾਂਦੇ ਨੇ, ਪੈਦਾ ਕੀਤੇ ਜਾਂਦੇ ਨੇ ਵੱਖ-ਵੱਖ ਥਾਵਾਂ ਤੇ। Therefore, people develop their food habits accordingly. ਇਸੇ ਕਰਕੇ ਉੱਥੇ ਦੇ ਰਹਿਣ ਵਾਲੇ ਲੋਕ ਉਸ ਅਨੁਸਾਰ ਹੀ ਆਪਣੀਆਂ ਭੋਜਨ ਆਦਤਾਂ ਬਣਾ ਲੈਂਦੇ ਨੇ। As we in Punjab mostly eat wheat. ਜਿਵੇਂ ਮੈਂ ਉਦਾਹਰਨ ਦਵਾਂ, ਅਸੀਂ ਪੰਜਾਬ ਵਿੱਚ ਜ਼ਿਆਦਾ ਕਣਕ ਖਾਂਦੇ ਆ। wheat ਯਾਨੀ ਕਿ ਕਣਕ। West Bengalis eat rice. ਜਿਹੜੇ ਪੱਛਮੀ ਬੰਗਾਲ ਦੇ ਲੋਕ ਨੇ ਉਹ ਚਾਵਲ ਖਾਂਦੇ ਨੇ। And people near the sea eat fish. ਤੇ ਜਿਹੜੇ ਲੋਕ ਸਮੁੰਦਰ ਦੇ ਕੋਲ ਰਹਿੰਦੇ ਨੇ ਉਹ ਮੱਛੀ ਖਾਂਦੇ ਨੇ। ਪੱਛਮੀ ਬੰਗਾਲ ਦੇ ਰਾਈਸ ਇਸ ਲਈ ਖਾਂਦੇ ਨੇ, ਚਾਵਲ ਇਸ ਲਈ ਖਾਂਦੇ ਨੇ ਕਿਉਂਕਿ ਉੱਥੇ ਚਾਵਲ ਜ਼ਿਆਦਾ ਉਗਦੇ ਨੇ। ਇੰਪੋਰਟੈਂਸ ਆਫ ਫੂਡ, ਭੋਜਨ ਦੀ ਮਹੱਤਤਾ। ਗੁਰਜੋਤ, ਅੰਕਲ, ਵਾਈ ਡੂ ਵੀ ਈਟ ਫੂਡ? ਮਾਮਾ ਜੀ, ਅਸੀਂ ਭੋਜਨ ਕਿਉਂ ਖਾਂਦੇ ਆ? ਅੰਕਲ, son, we need 3 things to live: air, food and water. ਬੇਟਾ, ਸਾਨੂੰ ਜਿਉਂਦੇ ਰਹਿਣ ਲਈ 3 ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਇਹ ਹਨ ਹਵਾ, ਭੋਜਨ ਤੇ ਪਾਣੀ। Food does 3 important works to keep us alive. ਤੇ ਭੋਜਨ ਸਾਡੇ ਸਰੀਰ ਨੂੰ ਤੇ ਸਾਨੂੰ ਜਿਉਂਦਾ ਰੱਖਣ ਲਈ 3 ਜ਼ਰੂਰੀ ਕੰਮ ਕਰਦਾ ਹੈ। ਪਹਿਲਾ, it gives us energy for different tasks. ਸਾਨੂੰ ਵੱਖ-ਵੱਖ ਕੰਮ ਕਰਨ ਲਈ ਊਰਜਾ ਦਿੰਦਾ ਹੈ। Number 2, it helps our physical growth. ਸਾਡੇ ਸਰੀਰ ਦੇ ਵਾਧੇ ਵਿੱਚ ਵੀ ਸਹਾਇਤਾ ਕਰਦਾ ਹੈ।
It protects our bodies from different diseases ਤੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। Food from plants ਯਾਨੀ ਕਿ ਭੋਜਨ ਜੋ ਵੱਖ-ਵੱਖ ਪੌਦਿਆਂ ਤੋਂ ਸਾਨੂੰ ਮਿਲਦਾ ਹੈ। ਗੁਰਜੋਤ, ਅੰਕਲ, my mother cooks and gives us food. ਮਾਮਾ ਜੀ, ਸਾਨੂੰ ਤਾਂ ਭੋਜਨ ਮਾਤਾ ਜੀ ਹੀ ਬਣਾ ਕੇ ਦਿੰਦੇ ਨੇ। ਗੁਰਜੋਤ ਨੇ ਇਹ ਪੁੱਛਿਆ। ਆ ਦੇਖੋ ਬੱਚਿਓ, ਭੋਜਨ, food gives energy, ਭੋਜਨ ਊਰਜਾ ਦਿੰਦਾ ਹੈ। Food promotes growth, ਭੋਜਨ ਵਾਧਾ ਕਰਦਾ ਹੈ ਸਰੀਰ ਦਾ। ਹੁਣ ਇੱਥੇ ਲਿਖਿਆ ਗਿਆ ਹੈ roots। ਬੱਚਿਓ, ਤੁਹਾਨੂੰ ਯਾਦ ਹੋਏਗਾ ਅਸੀਂ ਪੜ੍ਹਿਆ ਸੀ ਵੀ ਇੱਕ ਪੌਦੇ ਦੇ ਵੱਖ-ਵੱਖ ਅੰਗ ਹੁੰਦੇ ਨੇ। ਜਿਵੇਂ ਮੈਂ ਗੱਲ ਕਰਾਂ roots, ਉਹ ਹੁੰਦੇ ਨੇ ਜੜ, flowers ਯਾਨੀ ਕਿ ਫੁੱਲ, stem ਯਾਨੀ ਕਿ ਤਣਾ। ਆ ਦੇਖੋ, ਜੇ ਮੈਂ ਇੱਥੇ ਆ ਹੋ ਗਿਆ ਤਣਾ, ਆ ਹੈਗੀਆਂ ਰੂਟਸ ਉਹਦੀਆਂ, ਜੜ, ਇਹ ਆ ਗਏ ਉਹਦੇ ਪੱਤੇ। ਇੱਥੇ ਇੱਕ ਫੁੱਲ ਟੰਗ ਦਿੰਦੇ ਆ, ਫਲ ਪਹਿਲਾਂ ਟੰਗ ਦਿੰਦੇ ਆ ਤੇ ਇੱਥੇ ਬਣਾ ਦਿੰਦੇ ਆ ਫੁੱਲ। ਇਹ ਹੋ ਗਿਆ ਫੁੱਲ, ਇਹ ਹੋ ਗਿਆ ਫਲ, ਜਿਹਨੂੰ ਆਪਾਂ ਫਰੂਟ ਕਹੀਦਾ। ਇਹ ਹੋ ਗਈ ਸਟੈਮ। ਠੀਕ ਹੈ, ਸਟੈਮ ਤਣਾ, ਫਰੂਟਸ ਫਲ, ਲੀਵਸ ਪੱਤੇ, ਸੀਡਸ ਔਰ ਗ੍ਰੇਨਸ ਯਾਨੀ ਕਿ ਬੀਜ ਜਾਂ ਅਨਾਜ। ਆਓ ਦੇਖੀਏ ਕਿਹੜੇ ਹਿੱਸੇ ਤੋਂ ਸਾਨੂੰ ਕੀ ਮਿਲਦਾ ਹੈ। ਰੂਟਸ ਤੋਂ ਸਾਨੂੰ ਮਿਲਦਾ ਹੈ ਕੈਰਟ, ਟਰਨਿਪ, ਰੈਡਿਸ਼। ਰੂਟਸ ਯਾਨੀ ਕਿ ਜੜਾਂ ਤੋਂ ਸਾਨੂੰ ਮਿਲਦਾ ਹੈ ਗਾਜਰ, ਮੂਲੀ ਤੇ ਸ਼ਲਗਮ। ਸਟੈਮ, ਤਣੇ ਤੋਂ ਮਿਲਦਾ ਹੈ ਪੋਟੈਟੋ, ਅਨੀਅਨ, ਜਿੰਜਰ, ਗਾਰਲਿਕ। ਸਾਨੂੰ ਉੱਥੋਂ ਮਿਲਦਾ ਹੈ ਪੋਟੈਟੋ ਯਾਨੀ ਕਿ ਆਲੂ, ਪਿਆਜ਼, ਅਦਰਕ, ਲਸਣ। ਲੀਵਸ ਤੋਂ, ਪੱਤਿਆਂ ਤੋਂ ਸਰਸੋਂ ਦਾ ਸਾਗ, ਮੇਥੀ, ਟੀ ਤੇ ਮਿੰਟ। ਸਰਸੋਂ ਦਾ ਸਾਗ ਮਿਲਦਾ ਹੈ, ਪੁਦੀਨਾ ਮਿਲਦਾ ਹੈ, ਧਨੀਆ ਮਿਲਦਾ ਹੈ, ਮੇਥੀ ਮਿਲਦੀ ਹੈ ਤੇ ਚਾਹ ਦੇ ਪੱਤੇ ਵੀ ਮਿਲਦੇ ਨੇ। ਫਲਾਵਰਸ ਤੋਂ ਮਿਲਦਾ ਹੈ, ਫੁੱਲਾਂ ਤੋਂ, ਕਾਲੀਫਲਾਵਰ, ਬ੍ਰੋਕਲੀ, ਫੁੱਲ ਗੋਭੀ ਤੇ ਬ੍ਰੋਕਲੀ। ਫਰੂਟਸ, ਫਲ, ਐਪਲ, ਪੀਅਰਸ, ਬੀਨਸ, ਟੋਮੈਟੋ, ਗੁਆਵਾ। ਸੇਬ, ਮਟਰ, ਫਲੀਆਂ, ਟਮਾਟਰ ਤੇ ਅਮਰੂਦ। ਗੁਆਵਾ ਹੁੰਦਾ ਹੈ ਅਮਰੂਦ। ਸੀਡਸ ਔਰ ਗ੍ਰੇਨ, ਬੀਜ ਜਾਂ ਅਨਾਜ ਕੀ ਮਿਲਦੇ? ਵੀਟ, ਰਾਈਸ, ਕੌਰਨ, ਕਾਫੀ। ਕਣਕ, ਚਾਵਲ, ਮੱਕੀ ਤੇ ਕਾਫੀ ਵੀ ਸਾਨੂੰ ਸੀਡਸ ਤੋਂ ਹੀ ਮਿਲਦੀ ਹੈ। ਹੁਣ ਇੱਥੇ ਅਸੀਂ ਦੱਸਣਾ ਹੈ ਰਾਈਟ ਦ ਨੇਮ ਆਫ ਪਲਾਂਟ ਐਂਡ ਇਟਸ ਪਾਰਟ ਯੂਜ਼ਡ ਐਜ਼ ਫੂਡ। ਹਰ ਚਿੱਤਰ ਦੇ ਹੇਠਾਂ ਅਸੀਂ ਦੱਸਣਾ ਹੈ ਵੀ ਕਿਹੜਾ ਭੋਜਨ ਹੈ, ਠੀਕ ਹੈ, ਤੇ ਉਹ ਪੌਦੇ ਦੇ ਕਿਹੜੇ ਅੰਗ ਤੋਂ ਮਿਲਦਾ ਹੈ। ਸਭ ਤੋਂ ਪਹਿਲਾਂ ਹੈਗਾ ਇਹ ਬੱਚਿਓ ਕੈਰਟ, ਤੇ ਇਹ ਮਿਲਦੀ ਹੈ ਸਾਨੂੰ ਰੂਟਸ ਤੋਂ, ਜੜਾਂ ਤੋਂ। ਪੋਟੈਟੋ, ਆਲੂ, ਇਹ ਮਿਲਦੇ ਨੇ ਸਟੈਮ। ਇਹ ਹੁੰਦਾ ਹੈ ਬੱਚਿਓ ਪੱਤ ਗੋਭੀ, ਜਿਹਨੂੰ ਅੰਗਰੇਜ਼ੀ ਚ ਆਪਾਂ ਕੈਬੇਜ ਕਹੀਦਾ, ਤੇ ਇਹ ਪੱਤਿਆਂ ਦਾ ਹਿੱਸਾ ਹੁੰਦੀ ਹੈ, ਲੀਵਸ। ਇਹ ਹੋ ਗਿਆ ਫੁੱਲ ਗੋਭੀ, ਕਾਲੀਫਲਾਵਰ, ਫੇਰ ਤੋਂ ਫੁੱਲ ਦਾ ਹਿੱਸਾ, ਐਪਲ, ਫਰੂਟ, ਤੇ ਇਹ ਹੋ ਗਈ ਕਣਕ, ਵੀਟ ਜੋ ਕਿ ਸੀਡਸ ਜਾਂ ਫਿਰ ਤੁਸੀਂ ਗ੍ਰੇਨ ਲਿਖ ਸਕਦੇ ਹੋ। ਬੱਚਿਓ ਸਪੈਲਿੰਗ ਠੀਕ ਕਰ ਲਿਓ, GRAIN ਹੁੰਦਾ ਹੈ ਗ੍ਰੇਨ, ਦਾਣੇ। ਇਹ ਗੇਨ ਹੁੰਦਾ ਹੈ ਜਦ ਸਾਡਾ ਫਾਇਦਾ ਹੁੰਦਾ ਹੈ। ਇਹ ਗਲਤ ਹੈ, ਆ ਠੀਕ ਸਪੈਲਿੰਗ ਨੇ। ਅੱਗੇ ਲਿਖਿਆ ਹੈ ਅੰਕਲ, ਯੈਸ ਸਨ, ਐਕਚੁਅਲੀ ਔਰ ਮਦਰ ਕੁਕਸ ਫੂਡ। ਤੇ ਮਾਮਾ ਜੀ ਕਹਿੰਦੇ ਨੇ ਹਾਂ ਬੇਟਾ, ਅਸਲ ਵਿੱਚ ਤੁਹਾਡੇ ਮਾਤਾ ਜੀ ਪੌਦਿਆਂ ਤੋਂ ਮਿਲੇ ਖਾਣੇ ਨੂੰ ਹੀ ਪਕਾਉਂਦੇ ਨੇ। We get food from plants and animals, ਤੇ ਸਾਨੂੰ ਜਿਹੜਾ ਸਾਡਾ ਖਾਣਾ ਹੈ ਉਹ ਕਿੱਥੋਂ ਪ੍ਰਾਪਤ ਹੁੰਦਾ ਹੈ? ਪੇੜ ਪੌਦਿਆਂ ਤੋਂ ਤੇ ਜਾਨਵਰਾਂ ਤੋਂ। Let us gather knowledge about getting food from different parts of plants. ਆਓ ਹੁਣ ਆਪਾਂ ਦੇਖਦੇ ਹਾਂ ਪੌਦੇ ਦੇ ਵੱਖ-ਵੱਖ ਭਾਗਾਂ ਤੋਂ ਮਿਲਣ ਵਾਲੇ ਭੋਜਨ
ਤੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਇਹ ਹੈਗਾ ਬੱਚਿਓ ਫਰੂਟ ਜੂਸ, ਫਲਾਂ ਦਾ ਜੂਸ। ਈਟਿੰਗ ਫਰੂਟ ਆ ਬੱਚਾ, ਫਲ ਖਾ ਰਿਹਾ ਹੈ। ਮੈਂਗੋ ਸ਼ੇਕ, ਇਹ ਮੈਂਗੋ ਸ਼ੇਕ ਪੀ ਰਿਹਾ ਹੈ। ਤੇ ਇਹ ਹੈ ਵੈਜੀਟੇਬਲ ਸੈਲਡ, ਯਾਨੀ ਕਿ ਸਬਜ਼ੀਆਂ ਦਾ ਸਲਾਦ। Vegetables are eaten after cooking. ਸਬਜ਼ੀਆਂ ਨੂੰ ਪਕਾ ਕੇ ਹੀ ਖਾਇਆ ਜਾਂਦਾ ਹੈ। They can also be eaten as salad. ਪਰ ਕੁਝ ਫਲਾਂ ਨੂੰ, ਸਬਜ਼ੀਆਂ ਨੂੰ ਕੱਚਾ ਹੀ ਖਾਇਆ ਜਾ ਸਕਦਾ ਹੈ ਸਲਾਦ ਦੇ ਤੌਰ ਤੇ। Some fruits are eaten unripe. ਕੁਝ ਫਲਾਂ ਨੂੰ ਵੀ ਕੱਚਾ ਹੀ ਖਾਇਆ ਜਾਂਦਾ ਹੈ। We make juice of some fruits. ਤੇ ਅਸੀਂ ਕੁਝ ਫਲਾਂ ਦਾ ਜੂਸ ਵੀ ਕੱਢ ਕੇ ਪੀਂਦੇ ਹਾਂ। Generally, shake is made from mango. ਆਮ ਤੌਰ ਤੇ ਅੰਬ ਦੇ ਫਲ ਦਾ ਅਸੀਂ ਸ਼ੇਕ ਬਣਾ ਕੇ ਪੀਂਦੇ ਹਾਂ, ਉਹਦੇ ਵਿੱਚ ਦੁੱਧ ਮਿਲਾ ਕੇ। ਠੀਕ ਹੈ ਬੱਚਿਓ। Activity 1. Ask children to prepare list of vegetables and fruits available in summer and winter season. ਤੇ ਬੱਚਿਓ ਹੁਣ ਤੁਸੀਂ ਕੀ ਕਰਨਾ ਹੈ, ਇੱਕ ਲਿਸਟ ਬਣਾਉਣੀ ਹੈ ਕਿ ਕਿਹੜੇ ਫਲ ਤੇ ਸਬਜ਼ੀਆਂ ਗਰਮੀਆਂ 'ਚ ਮਿਲਦੇ ਨੇ ਤੇ ਕਿਹੜੇ ਸਬਜ਼ੀਆਂ ਤੇ ਫਲ ਤੁਹਾਨੂੰ ਸਰਦੀਆਂ 'ਚ ਮਿਲਦੇ ਨੇ। ਆਓ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਗਰਮੀਆਂ 'ਚ ਕਿਹੜੇ-ਕਿਹੜੇ ਸਬਜ਼ੀਆਂ ਮਿਲਦੀਆਂ ਨੇ। ਇੱਕ ਹੋ ਗਿਆ ਪੰਪਕਿਨ, ਜਿਹਨੂੰ ਕੱਦੂ ਕਹੀਦਾ ਹੈ। ਦੂਜੀ ਮੈਂ ਬਹੁਤ ਸਾਰੀ ਲਿਖ ਰਹੀ ਹਾਂ ਬੱਚਿਓ, ਤੁਸੀਂ ਕੋਈ ਵੀ ਲਿਖ ਸਕਦੇ ਹੋ। ਬਿਟਰ ਗੋਰਡ, ਇਹਨੂੰ ਕਰੇਲਾ ਕਹੀਦਾ ਹੈ। ਲੇਡੀ ਫਿੰਗਰ, ਭਿੰਡੀ। ਕੈਪਸਿਕਮ, ਸ਼ਿਮਲਾ ਮਿਰਚ। ਬ੍ਰਿੰਜਲ, ਬੈਂਗਨ। ਕਿਊਕੰਬਰ, ਖੀਰਾ। ਅਨੀਅਨ ਵੀ ਮਿਲ ਜਾਂਦਾ ਹੈ, ਯਾਨੀ ਕਿ ਪਿਆਜ਼। ਹੁਣ ਕਿਹੜੇ-ਕਿਹੜੇ ਫਲ ਮਿਲਦੇ ਨੇ। ਐਪਲ, ਮੈਂਗੋਜ਼, ਵਾਟਰਮੈਲਨ, ਤਰਬੂਜ, ਪਪਾਇਆ, ਗੁਆਵਾ, ਅਮਰੂਦ, ਸਟ੍ਰਾਬੇਰੀ ਤੇ ਮੈਲਨ। ਹੁਣ ਸਬਜ਼ੀਆਂ 'ਚ ਕਿਹੜੀ-ਕਿਹੜੀ ਮਿਲਦੀ ਹੈ ਸਰਦੀਆਂ ਦੇ ਵਿੱਚ। ਕੈਰਟ, spinach, पालक, peas, मटर, cabbage, radish ते turnip, यानी कि शलगम। फ्रूट्स, कीवी, चेरी, ऑरेंज, लेमन, ग्रेप्स। ਇਹ ਸਾਰੇ ਸਾਨੂੰ ਸਰਦੀਆਂ ਵਿੱਚ ਮਿਲਦੇ ਨੇ। ਅੱਗੇ ਲਿਖਿਆ ਐਕਟੀਵਿਟੀ 2, ਕੱਟ ਐਂਡ ਈਟ ਸੈਲਡ ਐਂਡ ਮੇਕ ਲੈਮਨੇਡ ਵਿਦ ਦੀ ਹੈਲਪ ਆਫ ਯੋਰ ਪੈਰੈਂਟਸ। ਆਪਣੇ ਘਰ ਵਿੱਚ ਮਾਤਾ ਜੀ ਜਾਂ ਪਿਤਾ ਜੀ ਦੀ ਮਦਦ ਨਾਲ ਨਿੰਬੂ ਦੀ ਸ਼ਿਕੰਜਵੀ ਬਣਾਓ ਤੇ ਸਲਾਦ ਕੱਟ ਕੇ ਖਾਓ, ਕਿਉਂਕਿ ਉਹ ਸਾਡੇ ਸਰੀਰ ਨੂੰ ਪੋਸ਼ਕ ਬਣਾਉਂਦਾ ਹੈ ਤੇ ਹਿੰਮਤ ਵੀ ਦਿੰਦਾ ਹੈ। Children should use knife carefully. ਬੱਚਿਆਂ ਨੂੰ ਚਾਕੂ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ, ਇੰਜ ਹੀ ਨਹੀਂ ਚਾਕੂ ਚੱਕ ਲੈਣਾ ਚਾਹੀਦਾ। ਫੂਡ ਫਰੋਮ ਐਨੀਮਲਸ, ਜਾਨਵਰਾਂ ਤੋਂ ਭੋਜਨ। ਗੁਰਜੋਤ, ਅੰਕਲ ਬਟ ਵੀ ਗੈਟ ਮਿਲਕ ਫਰੋਮ ਐਨੀਮਲਸ। ਮਾਮਾ ਜੀ, ਦੁੱਧ ਤਾਂ ਜਾਨਵਰਾਂ ਤੋਂ ਮਿਲਦਾ ਹੈ ਸਾਨੂੰ। ਅੰਕਲ, ਸਨ we get some part of our diet from animals. ਮਾਮਾ ਜੀ ਕਹਿੰਦੇ ਨੇ ਬੇਟਾ ਅਸੀਂ ਆਪਣੀ ਖੁਰਾਕ ਦਾ ਕੁਝ ਹਿੱਸਾ ਜਾਨਵਰਾਂ ਤੋਂ ਵੀ ਪ੍ਰਾਪਤ ਕਰਦੇ ਹਾਂ। we get milk from cow, buffalo or goat. ਅਸੀਂ ਗਾਂ, ਮੱਝ ਅਤੇ ਬੱਕਰੀ ਤੋਂ ਦੁੱਧ ਪ੍ਰਾਪਤ ਕਰਦੇ ਹਾਂ, ਲੈਂਦੇ ਹਾਂ। from this milk, curd, ਲੱਸੀ, ਪਨੀਰ, butter, ghee, etc. are prepared. ਇਸੇ ਦੁੱਧ ਤੋਂ ਅਸੀਂ
ਦਹੀਂ, ਲੱਸੀ, ਪਨੀਰ, ਮੱਖਣ, ਘਿਓ ਆਦि ਤਿਆਰ ਕਰਦੇ ਹਾਂ। People in desert drink camel milk also. ਮਾਰੂਥਲ ਦੇ ਲੋਕ ਊਠਣੀ ਦਾ ਦੁੱਧ ਵੀ ਪੀਂਦੇ ਹਨ। In mountains, yak milk is used. ਪਹਾੜੀ ਖੇਤਰ ਵਿੱਚ ਜਾਂ ਇਲਾਕੇ ਵਿੱਚ ਯਾਕ ਦਾ ਦੁੱਧ ਵਰਤਿਆ ਜਾਂਦਾ ਹੈ। ਯਾਕ ਵੀ ਇੱਕ ਜਾਨਵਰ ਹੈਗਾ। We get meat and eggs from hen and duck. ਮੁਰਗੀ ਬੱਤਖ ਤੋਂ ਅਸੀਂ ਕੀ ਪਾਉਂਦੇ ਹੈਗੇ ਆ? ਸਾਨੂੰ ਮਿਲਦਾ ਹੈ ਮੀਟ ਯਾਨੀ ਕਿ ਮਾਸ ਅਤੇ ਅੰਡੇ। Fish is also eaten as meat. ਮੱਛੀ ਦੀ ਵੀ ਅਸੀਂ ਵਰਤੋਂ ਕਰਦੇ ਹਾਂ ਜਦ ਅਸੀਂ ਮੀਟ ਖਾਂਦੇ ਹਾਂ। For teacher, how lassi is prepared from milk? Discuss with students. ਹੁਣ ਤੁਹਾਡੇ ਟੀਚਰ ਤੁਹਾਨੂੰ ਦੱਸਣਗੇ ਵੀ ਦੁੱਧ ਤੋਂ ਅਸੀਂ ਕਿਵੇਂ ਲੱਸੀ ਬਣਾਉਂਦੇ ਹਾਂ ਤੇ ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ। ਤੇ ਬੱਚਿਓ ਦੁੱਧ ਲੈ ਕੇ ਉਹਨੂੰ ਜਮਾ ਕੇ ਫਿਰ ਉਸ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਉਹਦੀ ਲੱਸੀ ਪੀਂਦੇ ਆ ਜੋ ਠੰਡੀ ਠੰਡ ਪਹੁੰਚਾਉਂਦੀ ਹੈ ਸਾਨੂੰ ਗਰਮੀਆਂ ਦੇ ਵਿੱਚ ਤੇ ਸਿਹਤ ਲਈ ਵੀ ਵਧੀਆ ਹੁੰਦੀ ਹੈ। ਅਗਲਾ ਕੁਐਸਚਨ, from which animals we get milk? ਅਸੀਂ ਕਿਹੜੇ ਜਾਨਵਰਾਂ ਤੋਂ ਦੁੱਧ ਪ੍ਰਾਪਤ ਕਰਦੇ ਹਾਂ? ਇੱਕ ਤਾਂ ਹੋ ਗਿਆ ਬੱਚਿਓ ਹੁਣੀ ਅਸੀਂ ਪੜਿਆ ਸੀ ਕਾਓ, goats, sheep। ਉਸ ਤੋਂ ਬਾਅਦ ਸਾਨੂੰ ਦੁੱਧ ਮਿਲਦਾ ਹੈ camel ਤੇ buffalo ਤੋਂ। ਅਗਲਾ, which vegetables can be eaten unripe or as salad? ਕਿਹੜੀਆਂ ਸਬਜ਼ੀਆਂ ਕੱਚੀ ਜਾਂ ਸਲਾਦ ਦੇ ਰੂਪ ਵਿੱਚ ਖਾਧੀ ਜਾ ਸਕਦੀਆਂ ਨੇ? ਇੱਕ ਤਾਂ ਅਸੀਂ ਖਾ ਸਕਦੇ ਹਾਂ ਕਿਊਕੰਬਰ, ਖੀਰਾ, ਲੈਮਨ, ਨਿੰਬੂ, ਬ੍ਰੋਕਲੀ, ਹਰੇ ਜਿਹੇ ਰੰਗ ਦੀ ਹੁੰਦੀ ਹੈ ਬੱਚਿਓ, ਅਨੀਅਨ, ਪਿਆਜ਼, ਪੀਜ਼, ਮਟਰ, कैरेट गाजर, टमाटो टमाटर, ग्रीन अनियंस, हरे जे रंग दे हुंदे ने तुसी मैगी उत्ते पांदे होवोगे, ते कैबेज पत्त गोभी। अगले हैगे ने न्यूट्रिएंट्स ऑफ फूड, यानी कि सानू भोजन तो केड़े पोषक तत्व मिलदे ने। अंक सन, the food we eat has some nutrients। मामा जी दसदे ने बेटा जेड़ा भोजन असी खांदे हां उस विच कुछ जरूरी पोषक तत्व हुंदे ने। नंबर 1 कार्बोहाइड्रेट्स एंड फैट्स, फैट नू चर्बी कहंदे ने, गिव एनर्जी टू आवर बॉडी, सानू शरीर नू साडे ऊर्जा कित्थों मिलदी है? खाने दे विच जेड़े पदार्थ हुंदे ने कार्बोहाइड्रेट्स एंड फैट्स। दूजी गल प्रोटीन्स हेल्प अस ग्रो, प्रोटीन साडे शरीर दे वाधे विच मदद करदे ने। 3 विटामिन्स एंड मिनरल्स प्रोटेक्ट अस फ्रॉम डिजीजेस, विटामिन अते जेड़े खनिज पदार्थ हुंदे ने ओ साडे शरीर नू बीमारियां तो बचाउंदे ने। वाटर हेल्प्स बैलेंस आवर बॉडी टेंपरेचर, पानी शरीर दा तापमान स्थिर रखण ते नाल ही नाल बच्चे भोजन पचाउण विच भी साडी मदद करदा है। बैलेंस्ड डाइट, संतुलित खुराक, तुहाडे माता जी भी तुहानू कहंदे होणगे भी बच्चों संतुलित खुराक खाओ, आहा जंक फूड ना खाओ, पीजे बर्गर ना खाओ, वधिया खाना खाओ जिहदे नाल सेहत बनी रहे। अंकल मामा जी कहंदे ने सन, we should not eat one kind of food for many days। बेटा सानू कदे भी कई दिना तक एक प्रकार दा भोजन नहीं खाना चाहिदा। We should eat a variety of foods daily। सानू सारे तरह दे भोजन दा कुछ ना कुछ हिस्सा रोजाना खाना चाहिदा है, मतलब बहुत वक-वक तरीके दे खाने खाने चाहिदे ने। This will give all nutrients necessary to our बॉडी, इस नाल साडे शरीर नू सारे जरूरी पोषक तत्व मिल जाणगे ते साडा शरीर भी तंदुरुस्त रहेगा। इट विल कीप आवर बॉडी फिट, बिल्कुल ठीक रहांगे असी। अ डाइट
which contains all nutrients in right proportion is called a balanced diet. जिस खुराक विच सारे पोषक तत्व सही मात्रा विच पाए जाते ने या मौजूद होंदे ने उसनू संतुलित खुराक कहंदे हां। ते मैं उम्मीद करदी हां तुसी भी संतुलित खुराक खांदे होवोगे। आ वेखो संतुलित खुराक बैलेंस डाइट जिस विच सारियां जरूरी चीजां हैगियां, फल हैगे ने, दुध हैगा, सब्जियां हैगियां, मिठा हैगा, सानू ये सारियां चीजां खानियां चाहिदियां ने। अगे दस्सिया है वेजिटेरियन एंड नॉन वेजिटेरियन। वेजिटेरियन यानी कि शाकाहारी, नॉन वेजिटेरियन नु आपां कहंदे ने मांसाहारी। Vegetarian, the people who get food from plants and drink milk are called vegetarians. ਜਿਹੜੇ ਲੋਕ ਪੌਦਿਆਂ ਤੋਂ ਭੋਜਨ ਪ੍ਰਾਪਤ ਕਰਦੇ ਹਨ ਅਤੇ ਜੰਤੂਆਂ ਦਾ ਦੁੱਧ ਵੀ ਪੀਂਦੇ ਹਨ ਉਹਨਾਂ ਨੂੰ ਅਸੀਂ ਵੈਜੀਟੇਰੀਅਨ ਜਾਂ ਸ਼ਾਕਾਹਾਰੀ ਕਹਿੰਦੇ ਹਾਂ। They do not eat eggs and meat. ਉਹ ਲੋਕ ਅੰਡੇ ਤੇ ਮੀਟ ਨਹੀਂ ਖਾਂਦੇ, ਮਾਸ ਮੱਛੀ ਨਹੀਂ ਖਾਂਦੇ। Non-vegetarians, the people eating meat or eggs are non-vegetarians. ਤੇ ਜਿਹੜੇ ਲੋਕ ਭੋਜਨ ਵਿੱਚ ਮੀਟ, ਮਾਸ, ਅੰਡੇ ਖਾਂਦੇ ਹਨ ਉਹਨਾਂ ਨੂੰ ਅਸੀਂ ਮਾਸਾਹਾਰੀ ਜਾਂ non-vegetarian ਕਹਿੰਦੇ ਹਾਂ। ਠੀਕ ਹੈ ਬੱਚਿਓ, ਤੇ ਉਹ ਇਹ ਹੋ ਗਈ ਅੱਜ ਦੀ ਕਲਾਸ। ਹੁਣ ਆਪਾਂ ਅਗਲੀ ਕਲਾਸ 'ਚ ਮੈਥਡਸ ਆਫ ਕੁਕਿੰਗ ਸਿੱਖਾਂਗੇ। ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ। ਬਾਏ ਬਾਏ, ਟੇਕ ਕੇਅਰ। हाय गाइस, हाउ आर यू? हेलो बच्चों, किवें हो तुसी सारे? मैं उम्मीद करती हां तुसी अपनी सेहत दा वधिया ध्यान रख रहे होवोगे। ते बच्चों आपां कर रहे सी 3rd क्लास दी बुक माई वर्ल्ड ते ओदा 9th लेसन लेट अस कुक एंड ईट फूड। पकाइए ते खाइए खाना। आओ अगे वधदे हां। मैथड्स ऑफ कुकिंग फूड यानी कि खाना पकाउण दे ढंग। गुरजोत अंकल, one child told that his mother cooks food by steam. मामा जी एक बच्चे ने दस्या कि उसदे माता जी खाना भाफ नाल पकाउंदे हन। Should we eat food after cooking? कि सानू भोजन नू पका के ही खाना चाहिदा है? Uncle, in ancient times, man used to eat uncooked food. मामा जी दसदे ने पुराने समय विच मनुख कच्चा भोजन ही खांदा सी। After the discovery of fire, he started to eat food after cooking. ਜਦੋਂ ਹੀ ਅੱਗ ਦੀ ਖੋਜ ਹੋਈ ਉਸ ਤੋਂ ਬਾਅਦ ਉਸਨੇ ਭੋਜਨ ਨੂੰ ਪਕਾ ਕੇ ਖਾਣਾ ਸ਼ੁਰੂ ਕਰਤਾ ਕਿਉਂਕਿ ਪਹਿਲਾਂ ਉਸਨੂੰ ਅੱਗ ਬਾਰੇ ਪਤਾ ਹੀ ਨਹੀਂ ਸੀ। Cooked food is tasty and easy to digest. ਪਕਾਉਣ ਨਾਲ ਭੋਜਨ ਸਵਾਦ ਵੀ ਹੋ ਜਾਂਦਾ ਹੈ ਤੇ ਜਲਦੀ ਪਚਾਏ योग भी हो जाता है या पचाया भी जा सकता है। We all went to the market with मामा जी। गल्लां करते करते असी सारे बाजार नू चले गए। In the market he showed us different shops। बाजार विच उन्हां ने सानू वख-वख तरीके दियां दुकानां दिखाईयां। जेड़े खाना बना रहे होंगे उन्हां दियां दुकानां दिखाईयां। He told us about various ways of cooking and also showed us different types of utensils. ਤੇ ਮਾਮਾ ਜੀ ਨੇ ਭੋਜਨ ਪਕਾਉਣ ਦੇ ਢੰਗਾਂ ਅਤੇ ਬਰਤਨਾਂ ਬਾਰੇ ਵੀ ਜਾਣਕਾਰੀ ਦਿੱਤੀ। ਆਓ ਦੇਖੀਏ ਕੀ ਜਾਣਕਾਰੀ ਦਿੱਤੀ। ਸਭ ਤੋਂ ਪਹਿਲਾ ਹੈਗਾ ਬੋਇਲਿੰਗ ਯਾਨੀ ਕਿ ਉਬਾਲਣਾ। ਟੀ, ਕਾਫੀ, ਰਾਈਸ, ਪਲਸਸ, ਵੈਜੀਟੇਬਲਸ, ਕਰੀ, ਮੀਟ ਆਰ ਕੁਕਡ ਬਾय boiling। ਚਾਹ, ਕਾਫੀ, ਚਾਵਲ, ਦਾਲਾਂ, ਸਬਜ਼ੀਆਂ, ਮੀਟ ਆਦि ਜਿਹੜੇ ਭੋਜਨ ਹੈਗੇ ਨੇ ਉਹ ਅਸੀਂ ਉਬਾਲ ਕੇ ਬਣਾਉਂਦੇ ਹਾਂ। ਦਿਸ ਕਿਲਸ ਬੈਕਟੀਰੀਆ। ਇਹ ਜਿਹੜੇ ਹਾਨੀਕਾਰਕ ਕੀਟਾਣੂ ਹੁੰਦੇ ਨੇ ਜਾਂ ਕੀੜੇ ਹੁੰਦੇ ਨੇ ਉਹਨਾਂ ਨੂੰ ਮਾਰ ਦਿੰਦੇ ਨੇ। For this purpose a saucepan is used। ਇਸ ਲਈ ਕੜਾਈ ਜਾਂ ਪਤੀਲੇ ਦੀ ਵਰਤੋਂ ਕੀਤੀ ਜਾਂਦੀ ਹੈ। ਆ ਦੇਖੋ ਉਬਾਲਣ ਲਈ। ਅਗਲਾ ਸਟੀਮਿੰਗ ਯਾਨੀ ਕਿ ਭਾਫ ਦੁਆਰਾ ਪਕਾਉਣਾ। Food is cooked in pressure cooker with the help of steam। ਇਸ ਵਿਧੀ ਵਿੱਚ ਭੋਜਨ ਨੂੰ ਭਾਫ ਨਾਲ ਬਣਾਉਣ ਲਈ ਭਾਫ ਦਾ ਕੁੱਕਰ ਜਾਂ ਪ੍ਰੈਸ਼ਰ ਕੁੱਕਰ ਜਿਹੜਾ ਕੁੱਕਰ ਆਪਾਂ ਇਸਤੇਮਾਲ ਕਰਦੇ ਹਾਂ ਉਸ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਦੀ ਮਦਦ ਲਈ ਜਾਂਦੀ ਹੈ।
ਲਾਈਕ ਰਾਈਸ, ਇਡਲੀ, ਢੋਕਲਾ, ਮੋਮੋਜ਼। ਜਿਵੇਂ ਕਿ ਚਾਵਲ, ਇਡਲੀ, ਢੋਕਲਾ ਤੇ ਮੋਮੋਜ਼ ਇਹ ਸਾਰੇ ਭਾਫ ਨਾਲ ਬਣਦੇ ਨੇ। Baking. By this method, food is cooked dry in oven. Example, cake, biscuits, bread, patties, etc. ਇਸ ਵਿਧੀ ਵਿੱਚ ਭੋਜਨ ਨੂੰ ਭੱਟੀ ਵਿੱਚ ਰੱਖ ਕੇ ਸੇਕਾ ਪਵਾਇਆ ਜਾਂਦਾ ਹੈ ਜਾਂ ਸੇਕ ਨਾਲ ਪਕਾਇਆ ਜਾਂਦਾ ਹੈ। ਜਿਵੇਂ ਕਿ ਕੇਕ ਹੋ ਗਿਆ, ਬਿਸਕੁਟ ਹੋ ਗਏ, ਬ੍ਰੈਡ ਹੋ ਗਏ, ਪੈਟੀਜ਼ ਹੋ ਗਈ, ਇਹ ਸਾਰੇ ਅਸੀਂ बेक करते हैं। रोस्टिंग यानी कि भुनना। कॉर्न कॉब, पापड़, स्वीट पोटैटोज आर रोस्टेड डायरेक्टली ऑन फायर। जब अग ते रख के पकाउंदे आ, जिवें कि कॉर्न कॉब यानी कि छल्ली, पापड़, शक्करकंदी आदि दा भोजन सीधा अग ते भुन के पकाया जाता है। ते अगला हैगा फ्राइंग, तलना। The food is cooked by frying in hot oil. Example, puris, pakoras, samosas and jalebis. ਇਸ ਵਿਧੀ ਰਾਹੀਂ ਭੋਜਨ ਨੂੰ ਗਰਮ ਤੇਲ ਵਿੱਚ ਪਾ ਕੇ ਪਕਾਇਆ ਜਾਂਦਾ ਹੈ, ਜਿਵੇਂ ਪੂਰੀਆਂ ਹੋ ਗਈਆਂ, ਪਕੌੜੇ, ਸਮੋਸੇ, ਜਲੇਬੀ ਆਦਿ। Activity. Prepare a list of foods cooked at home by different method. ਹੁਣ ਤੁਹਾਨੂੰ ਦੱਸਿਆ ਗਿਆ ਵੀ ਘਰ ਵਿੱਚ ਵੱਖ-ਵੱਖ ਢੰਗਾਂ ਨਾਲ ਪਕਾਏ ਜਾਂਦੇ ਭੋਜਨ ਦੀ ਇੱਥੇ ਸੂਚੀ ਬਣਾਓ। ਆਓ ਬਣਾਉਂਦੇ ਆ। ਨੰਬਰ 1, 2, 3, 4। ਨੇਮ ਆਫ ਫੂਡ। ਸਭ ਤੋਂ ਪਹਿਲਾਂ ਮੈਂ ਲਿਖ ਦਿੰਦੀ ਆ ਟੀ, ਕੌਫੀ, ਰਾਈਸ, ਪਲਸਿਸ, ਵੈਜੀਟੇਬਲਸ, ਇਹ ਸਾਰੇ ਬੋਇਲ ਕਰਕੇ ਬਣਾਏ ਜਾਂਦੇ ਨੇ, ਬੋਇਲਿੰਗ। ਫਿਰ ਰਾਈਸ, ਇਡਲੀ, ਢੋਕਲਾ, ਮੋਮੋਜ਼ ਸਟੀਮ ਨਾਲ ਬਣਾਏ ਜਾਂਦੇ ਨੇ, ਸਟੀਮਿੰਗ। ਕੇਕ, ਬਿਸਕਿਟ, ਬ੍ਰੈਡ, ਪੈਟੀਜ਼ ਬੇਕਿੰਗ ਭੱਟੀ ਵਿੱਚ ਬਣਾਏ ਜਾਂਦੇ ਨੇ। ਕੌਰਨ ਕੌਬ, ਛੱਲੀ, ਪਾਪੜ, ਸਵੀਟ ਪੋਟੈਟੋ, ਸ਼ੱਕਰਕੰਦੀ, ਇਹਨਾਂ ਨੂੰ ਰੋਸਟ ਕਰਕੇ ਬਣਾਇਆ ਜਾਂਦਾ ਹੈ। ਤੇ ਇੱਕ ਹੋਰ ਰਹਿ ਗਿਆ, ਉਹ ਵੀ ਲਿਖ ਦਿੰਦੇ ਆ, ਫਰਾਈ ਕਰਕੇ ਕਿਹੜਾ ਕਿਹੜਾ ਬਣਾਇਆ ਜਾਂਦਾ ਹੈ। ਪੂਰੀਜ਼, पकोड़ास, समोसा, ये बनाए जाते ने फ्राई करके। अगे है यूटेंसिल्स फॉर कुकिंग फूड, यानी कि भोजन पकाउण लई बर्तनां दा इस्तेमाल। Generally, people use different utensils for different types of cooking. आम तौर ते लोग ਭੋਜਨ ਪਕਾਉਣ ਲਈ ਕਈ ਤਰ੍ਹਾਂ ਦੇ ਬਰਤਨਾਂ ਦੀ ਵਰਤੋਂ ਕਰਦੇ ਹਨ। Small in homes and big utensils are used in dhabas. ਘਰਾਂ ਵਿੱਚ ਛੋਟੇ ਅਤੇ ਢਾਬੇ ਵਿੱਚ ਵੱਡੇ ਬਰਤਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਉੱਥੇ ਜ਼ਿਆਦਾ ਖਾਣਾ ਬਣਾਉਣਾ ਹੁੰਦਾ ਹੈ। In old times, people used earthen pots. ਪੁਰਾਣੇ ਸਮੇਂ ਵਿੱਚ ਲੋਕ ਮਿੱਟੀ ਦੇ ਭਾਂਡੇ ਇਸਤੇਮਾਲ ਕਰਦੇ ਸੀ। But for boiling milk and making sog, earthen pots are used even today. ਪਰ ਅੱਜ ਵੀ ਦੁੱਧ ਨੂੰ ਗਰਮ ਕਰਨ ਲਈ ਅਤੇ ਸਾਗ ਬਣਾਉਣ ਲਈ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਹੁੰਦੀ ਹੈ, ਕੀਤੀ ਜਾਂਦੀ ਹੈ। These days, aluminium, bronze, brass and steel utensils are used. ਅੱਜ ਕੱਲ੍ਹ ਲੋਹੇ, ਐਲੂਮੀਨੀਅਮ, ਤਾਂਬੇ, ਪਿੱਤਲ, ਸਟੀਲ ਇਹ ਜੇ ਬਰਤਨੋਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਜੇ ਬਰਤਨ ਆ ਗਏ ਨੇ। Besides, food is cooked in non-sticky utensils with the help of electricity. ਇਸ ਤੋਂ ਇਲਾਵਾ ਅੱਜ ਕੱਲ ਅਸੀਂ non-stick ਜਿਹੜੇ ਬਰਤਨ ਹੁੰਦੇ ਨੇ ਜਿਹਦੇ ਵਿੱਚ ਖਾਣਾ ਚਿਪਕਦਾ ਨਹੀਂ ਹੈ, ਉਹਨਾਂ ਦੀ ਵਰਤੋਂ ਵੀ ਕਰਦੇ ਆ ਖਾਣਾ ਬਣਾਉਣ ਲਈ, ਤੇ ਉਹ
ਬਿਜਲੀ ਦੇ ਉੱਤੇ ਚੱਲਦੇ ਨੇ ਕਈ ਵਾਰ। ਜਿਵੇਂ ਆਪਾਂ ਗੈਸ ਯੂਜ਼ ਕਰਦੇ ਆ ਨਾ, ਤੇ ਉਹ ਜਿਹੜੇ ਹੁੰਦੇ ਨੇ ਉਹ ਬਿਜਲੀ ਦੇ ਉੱਤੇ ਚੱਲਦੇ ਨੇ। ਮੈਂ ਤੁਹਾਨੂੰ ਦੱਸਾਂਗੀ ਕਿਹੇ ਜਿਹੇ ਹੁੰਦੇ ਨੇ। ਇੱਥੇ ਲਿਖਿਆ ਨੇਮ ਡਿਫਰੈਂਟ ਯੂਟੈਂਸਿਲਸ ਗਿਵਨ ਬਿਲੋ। ਵੱਖ-ਵੱਖ ਬਰਤਨਾਂ ਦੇ ਹੇਠਾਂ ਉਹਨਾਂ ਦੇ ਨਾਂ ਲਿਖੋ। ਇਹ ਹੈਗਾ ਬੱਚਿਓ ਸਭ ਤੋਂ ਪਹਿਲਾਂ ਬਰਾਸ ਪੈਨ। ਇਹਨੂੰ ਆਪਾਂ ਕਹਿੰਦੇ ਆ ਕਲੇ ਪੋਟ, ਜਾਂ ਤੁਸੀਂ ਅਰਦਨ ਪੋਟ ਵੀ ਕਹਿ ਸਕਦੇ ਹੋ। ਇਹਨੂੰ ਆਪਾਂ ਕਹਿੰਦੇ ਆ ਕਾਪਰ, ਜਿਸ ਚੀਜ਼ ਦੀ ਬਣੀ ਹੋਈ ਹੈ, ਬਾਲਟੀ ਜਾਂ ਫਿਰ ਬਕੇਟ। ਇਹ ਨਹਾਉਣ ਵਾਲੀ ਬਕੇਟ ਨਹੀਂ ਹੈ ਬੱਚਿਓ, ਇਹਦੇ ਵਿੱਚ ਸਬਜ਼ੀ ਪਾ ਕੇ ਵਰਤਾਈ ਜਾਂਦੀ ਹੈ। ਅੱਗੇ ਹੈਗਾ ਪਰਾਤ, ਜਿਹਦੇ ਵਿੱਚ ਆਪਾਂ ਆਟਾ ਵੀ ਗੁੰਨਦੇ ਆ, ਤੇ ਇਹ ਹੈਗਾ ਕੁੱਕਰ, ਸਬਜ਼ੀ ਬਣਾਉਣ ਲਈ। ਸਟੋਵਸ ਐਂਡ ਫਿਊਲ, ਚੁੱਲ੍ਹੇ ਅਤੇ ਬਾਲਣ। To cook food, many kinds of stoves and fuels are used. ਭੋਜਨ ਨੂੰ ਪਕਾਉਣ ਲਈ ਕਈ ਪ੍ਰਕਾਰ ਦੇ ਚੁੱਲ੍ਹੇ ਅਤੇ ਬਾਲਣ ਵਰਤੇ ਜਾਂਦੇ ਹਨ। To cook food in villages, earthen stoves and earthen ovens are used. ਪਿੰਡਾਂ ਵਿੱਚ ਭੋਜਨ ਪਕਾਉਣ ਲਈ ਮਿੱਟੀ ਦੇ ਚੁੱਲ੍ਹੇ, ਤੰਦੂਰ, ਅੰਗੀਠੀਆਂ, ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। Dung cakes, wood, coal, etc. are used as fuel. ਤੇ ਇਹਨਾਂ ਵਿੱਚ ਆਪਾਂ ਗੋਹੇ ਦੀਆਂ ਪਾਥੀਆਂ, ਲੱਕੜ, ਕੋਲੇ ਦੀ ਵਰਤੋਂ ਕਰਦੇ ਹਾਂ। This way of cooking produces smoke and thus pollutes the environment. ਇਸ ਤਰ੍ਹਾਂ ਨਾਲ ਭੋਜਨ ਪਕਾਉਣ ਤੇ ਬਹੁਤ ਧੂਆਂ ਪੈਦਾ ਹੁੰਦਾ ਹੈ ਅਤੇ ਵਾਤਾਵਰਣ ਪ੍ਰਦੂਸ਼ਿਤ ਹੋ ਜਾਂਦਾ ਹੈ। The smoke can cause respiratory diseases. ਨਾ ਕੇਵਲ ਪ੍ਰਦੂਸ਼ਣ ਹੁੰਦਾ ਹੈ, ਪਰ ਇਸ ਧੂਏ ਨਾਲ ਖਾਣਾ ਪਕਾਉਣ ਵੇਲੇ ਸਾਹ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ। So nowadays, biogas is used for cooking. ਇਸ ਲਈ ਅੱਜ ਕੱਲ੍ਹ ਭੋਜਨ ਪਕਾਉਣ ਲਈ ਬਾਇਓਗੈਸ ਦੀ ਵਰਤੋਂ ਕੀਤੀ ਜਾਂਦੀ ਹੈ। ਬੱਚਿਓ, ਬਾਇਓਗੈਸ ਜਿਹੜਾ ਆਪਾਂ ਕਿਚਨ ਦੇ ਵਿੱਚ ਖਾਣਾ ਬਰਬਾਦ ਹੋ ਜਾਂਦਾ ਹੈ, ਬਚ ਜਾਂਦਾ ਹੈ, ਜਾਂ ਫਿਰ ਡੰਗਰਾਂ ਦਾ, ਜਾਨਵਰਾਂ ਦਾ ਜਿਹੜਾ ਪਾਥੀਆਂ ਹੁੰਦੀਆਂ, ਉਹਨੂੰ ਇਸਤੇਮਾਲ ਕਰਕੇ ਇਕੱਠਾ ਕਰਕੇ ਰੱਖ ਦਿੰਦੇ ਆ, ਤੇ ਹਵਾ ਨਹੀਂ ਲੱਗਦੀ ਉਹਨੂੰ, ਫਿਰ ਉਸ ਤੋਂ ਬਾਅਦ ਸਾਡਾ ਫਿਊਲ ਬਣ ਜਾਂਦਾ ਹੈ, ਜਿਹਦੇ ਨਾਲ ਆਪਾਂ ਖਾਣਾ ਬਣਾਉਂਦੇ ਆ। ਇੱਥੇ ਲਿਖਿਆ ਨੇਮ ਡਿਫਰੈਂਟ ovens ਐਂਡ ਫਿਊਲਸ। ਵੱਖ-ਵੱਖ ਤਰੀਕੇ ਦੇ ਜਿਹੜੇ ਚੁੱਲ੍ਹੇ ਨੇ ਤੇ ਬਾਲਣਾ ਨੇ, ਉਹਨਾਂ ਦੇ ਨਾਂ ਅਸੀਂ ਲਿਖਣੇ ਨੇ। ਸਭ ਤੋਂ ਪਹਿਲਾਂ ਇਹਨੂੰ ਆਪਾਂ ਕਹਿੰਦੇ ਆ ਚੁੱਲ੍ਹਾ। ਤੁਸੀਂ ਪਿੰਡਾਂ ਵਿੱਚ ਦੇਖਿਆ ਹੋਵੇਗਾ। ਇਹਨੂੰ ਕਹੀਦਾ ਤੰਦੂਰ, ਵਿਆਹਾਂ ਤੇ ਦੇਖਿਆ ਹੋਵੇਗਾ। ਇਹਨੂੰ ਕਹੀਦਾ ਬੱਚਿਓ ਸੋਲਰ, ਇੰਡਕਸ਼ਨ ਸਟੋਵ। ਸੋਲਰ ਯਾਨੀ ਕਿ ਸੂਰਜ ਦੀ ਊਰਜਾ ਨਾਲ ਚੱਲਦਾ ਹੈ। ਤੇ ਇਹਨੂੰ ਆਪਾਂ ਕਹਿੰਦੇ ਆ ਬਾਇਓਗੈਸ ਪਲਾਂਟ। ਆ ਦੇਖੋ, ਬਾਇਓਗੈਸ ਪਲਾਂਟ ਵੀ ਕਿਹਾ ਜਾਂਦਾ ਹੈ। ਇਹਦੇ ਚ ਗੋਬਰ ਪਾਇਆ ਜਾਂਦਾ ਤਾਂ ਇਹਨੂੰ ਗੋਬਰ ਗੈਸ ਪਲਾਂਟ ਵੀ ਕਿਹਾ ਜਾਂਦਾ ਹੈ। ਪ੍ਰਦੂਸ਼ਣ ਨਹੀਂ ਕਰਦਾ, ਠੀਕ ਹੈ। ਤੇ ਜਿਹੜਾ ਵੀ ਸਮਾਨ ਸਾਨੂੰ ਖੇਤਾਂ ਵਿੱਚੋਂ ਮਿਲਦਾ ਹੈ, ਕਿਚਨ ਵਿੱਚੋਂ ਮਿਲਦਾ ਹੈ, ਇਕੱਠਾ ਕਰਕੇ ਇਸੇ ਵਿੱਚ ਪਾ ਦਿੰਦੇ ਆ ਆਪਾਂ, ਤੇ ਫਿਰ ਉਹ ਤੋਂ ਸਾਨੂੰ ਰੋਟੀ ਬਣਾਉਣੀ ਸੌਖੀ ਹੋ ਜਾਂਦੀ ਹੈ, ਕਿਉਂਕਿ ਉਹ ਪ੍ਰਦੂਸ਼ਣ ਨਹੀਂ ਕਰਦਾ। ਇਹ ਹੈਗਾ ਬੱਚਿਓ LPG ਸਿਲੰਡਰ, ਜਿਹੜਾ ਅੱਜ ਕੱਲ੍ਹ ਘਰਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਹੈ ਡੀਜ਼ਲ ਭੱਟੀ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਡੀਜ਼ਲ ਫਰਨੈਸ। ਇਹਨੂੰ ਕਹਿੰਦੇ ਆ ਅਵਨ, ਜਿਹਦੇ ਚ ਪੀਜ਼ੇ, ਕੇਕ ਬਣਾਏ ਜਾਂਦੇ ਨੇ। ਤੇ ਇਹ ਹੈਗਾ ਹੈ ਸੋਲਰ ਕੁੱਕਰ। ਬੱਚਿਓ, ਇਹਨੂੰ ਢੱਕ ਕੇ ਜੇ ਆਪਾਂ ਧੁੱਪ ਵਿੱਚ ਰੱਖ ਦਿਆਂਗੇ ਤੇ ਇਹਦੇ ਵਿੱਚ ਚਾਵਲ ਵੀ ਬਣਾਏ ਜਾ ਸਕਦੇ। ਸੂਰਜ ਦੀ ਊਰਜਾ ਨਾਲ ਚੱਲਦਾ ਹੈ, ਨਾ ਬਿਜਲੀ ਚਾਹੀਦੀ ਹੁੰਦੀ ਹੈ, ਨਾ ਗੈਸ ਚਾਹੀਦੀ ਹੁੰਦੀ ਹੈ। ਬਸ ਡੱਬੇ ਨੂੰ ਬਾਹਰ ਰੱਖ ਦੋ ਧੁੱਪ ਦੇ ਵਿੱਚ, ਆਪਣੇ ਆਪ ਗਰਮੀ ਨਾਲ ਇਹ ਖਾਣਾ ਬਣਾ ਦਿੰਦਾ ਹੈ। ਅੱਗੇ ਲਿਖਿਆ ਇਨ ਸਿਟੀਜ਼ LPG ਸਟੋਵਸ ਆਰ ਯੂਜ਼ਡ। ਸ਼ਹਿਰਾਂ ਵਿੱਚ LPG ਸਿਲੰਡਰ ਤੇ ਚੱਲਣ ਵਾਲੇ ਚੁੱਲ੍ਹਿਆਂ ਅਤੇ ਭੱਠੀਆਂ ਦੀ ਵਰਤੋਂ ਕੀਤੀ ਜਾਂਦੀ ਹੈ।
Sweet makers use diesel and kerosene oil stoves and ovens. ਜਿਹੜੇ ਮਠਾਈਆਂ ਵਾਲੇ ਹੁੰਦੇ ਨੇ ਹਲਵਾਈ, ਉਹ ਮਿਠਾਈ ਬਣਾਉਣ ਲਈ ਡੀਜ਼ਲ ਅਤੇ ਮਿੱਟੀ ਦੇ ਤੇਲ ਤੇ ਚੱਲਣ ਵਾਲੀਆਂ ਭੱਠੀਆਂ ਦੀ ਵਰਤੋਂ ਕਰਦੇ ਹਾਂ। Solar cookers and electric microwave ovens are also in use. ਤੇ ਨਾਲ ਹੀ ਨਾਲ ਸੂਰਜੀ ਊਰਜਾ ਤੋਂ ਚੱਲਣ ਵਾਲੇ ਸਟੋਵ, ਕੁੱਕਰ ਅਤੇ ਬਿਜਲੀ ਤੇ ਚੱਲਣ ਵਾਲੇ ਮਾਈਕ੍ਰੋਵੇਵ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਖਾਣਾ ਬਣਾਉਣ ਲਈ। ਆ ਦੇਖੋ ਜਿਵੇਂ ਹੁਣੇ ਆਪਾਂ ਪੜਿਆ ਵੀ ਸੂਰਜ ਦੀ ਊਰਜਾ ਤੇ ਚੱਲਣ ਵਾਲਾ ਸੋਲਰ ਕੁੱਕਰ। ਮਾਮਾ ਜੀ gave us good knowledge. ਮਾਮਾ ਜੀ ਦੀਆਂ ਗੱਲਾਂ ਬਹੁਤ ਜਾਣਕਾਰੀ ਭਰਪੂਰ ਸੀ। We came back home enjoying. ਤੇ ਅਸੀਂ ਹੱਸਦੇ ਨੱਚਦੇ ਟੱਪਦੇ ਮਸਤੀ ਕਰਦੇ ਘਰ ਵਾਪਸ ਆ ਗਏ। On reaching my village, ਜਦ ਮੈਂ ਆਪਣੇ ਪਿੰਡ ਪਹੁੰਚ ਜਾਵਾਂਗਾ, I shall share this knowledge with my friends. ਤੇ ਮੈਂ ਆਪਣੇ ਦੋਸਤਾਂ ਨੂੰ ਵੀ ਇਹ ਸਾਰੀਆਂ ਗੱਲਾਂ ਦੱਸਾਂਗਾ। ਅੱਗੇ ਹੈਗਾ things to remember, ਯਾਦ ਰੱਖਣ ਯੋਗ ਗੱਲਾਂ। Number 1, man needs air, water and food to live. ਮਨੁੱਖ ਨੂੰ ਜਿਉਂਦੇ ਰਹਿਣ ਲਈ ਹਵਾ, ਪਾਣੀ ਅਤੇ ਭੋਜਨ ਦੀ ਜ਼ਰੂਰਤ ਪੈਂਦੀ ਹੈ। Food contains nutrients, that is carbohydrates, fats, vitamins, proteins, minerals, etc. ਭੋਜਨ ਵਿੱਚ ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਪਦਾਰਥ ਆਦਿ ਜ਼ਰੂਰੀ ਪੋਸ਼ਕ ਤੱਤ ਵੀ ਹੁੰਦੇ ਹਨ। A balanced diet contains all nutrients in right proportion. ਸੰਤੁਲਿਤ ਖੁਰਾਕ ਵਿੱਚ ਇਹ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। Humans get their food from plants and animals. ਮਨੁੱਖ ਆਪਣਾ ਭੋਜਨ ਪੌਦਿਆਂ ਅਤੇ ਜਾਨਵਰਾਂ ਤੋਂ ਹਾਸਲ ਕਰਦਾ ਹੈ। LPG is contained in gas cylinder which are used in our houses. ਸਾਡੇ ਘਰਾਂ ਵਿੱਚ ਵਰਤੇ ਜਾਂਦੇ ਸਿਲੰਡਰ ਵਿੱਚ LPG ਹੁੰਦੀ ਹੈ ਜਿਹਦੇ ਨਾਲ ਆਪਾਂ ਚੁੱਲ੍ਹਾ ਬਾਲਦੇ ਹਾਂ। ਅੱਗੇ ਹੈ ਟਿਕ the right, ਇੱਥੇ ਆਏਗਾ ਬੱਚਿਓ, ਇਹ ਆਏਗਾ ਟਿਕ, ਠੀਕ ਕਰ ਲਿਓ। and cross the wrong sentence. First, smoke is not produced on burning dung cakes. यानी कि गोहे दियां पाथियां नू बालण नाल धुआं पैदा नहीं हुंदा। ਇਹ ਗਲਤ ਗੱਲ ਹੈ, ਇਹਦੇ ਨਾਲ ਬਹੁਤ ਧੂਆਂ ਪੈਦਾ ਹੁੰਦਾ ਤੇ ਸਾਹ ਦੀਆਂ ਬਿਮਾਰੀਆਂ ਵੀ ਹੋ ਜਾਂਦੀਆਂ। ਦੂਜਾ, in old times earthen pots were used. ਪੁਰਾਣੇ ਸਮੇਂ ਵਿੱਚ ਮਿੱਟੀ ਦੇ ਭਾਂਡੇ ਵਰਤੇ ਜਾਂਦੇ ਸਨ। ਬਿਲਕੁਲ ਠੀਕ ਹੈ। ਬਾਇਓਗੈਸ is produced from animal dung. ਗੋਬਰ ਗੈਸ ਪਸ਼ੂਆਂ ਦੇ ਗੋਹੇ ਤੋਂ ਪੈਦਾ ਕੀਤੀ ਜਾਂਦੀ ਹੈ। ਬਿਲਕੁਲ ਠੀਕ। ਅੱਗੇ, which gas is used to cook in city houses these days? ਅੱਜ ਕੱਲ੍ਹ ਸ਼ਹਿਰੀ ਘਰਾਂ ਵਿੱਚ ਕਿਹੜੇ ਗੈਸ ਦੇ ਸਿਲੰਡਰ ਦੀ ਮਦਦ ਨਾਲ ਖਾਣਾ ਪਕਾਇਆ ਜਾਂਦਾ ਹੈ? ਆ ਦੇਖੋ, LPG। ਇਹਦੇ ਸਿਲੰਡਰ ਯੂਜ਼ ਕੀਤੇ ਜਾਂਦੇ ਨੇ। ਤੇ ਬੱਚਿਓ, ਹੁਣ ਮੈਂ LPG ਬਾਰੇ ਤੁਹਾਨੂੰ ਦੱਸਾਂਗੀ। ਇਹਨੂੰ ਹੋਰ ਖੋਲ ਕੇ ਕੀ ਕਹਿੰਦੇ? ਇਹਨੂੰ ਕਹਿੰਦੇ ਆ ਲਿਕੁਇਫਾਈਡ पेट्रोलियम गैस। ठीक है। आगे, the cooker working with solar energy is called. सूरजी किरणा दी गर्मी नाल काम करन वाले चूल्हे या कुकर नू की कहा जांदा है? सोलर कुकर। इनू बिजली दी या गैस दी लोड़ नहीं हुंदी। Remember to wash hands before and after meals. ਭੋਜਨ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਠੀਕ ਹੈ ਬੱਚਿਓ, ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ। We'll meet soon. ਅਸੀਂ ਜਲਦੀ ਮਿਲਾਂਗੇ। Take care. Bye bye.